ਸ਼੍ਰੀ ਨਾਨਕ ਪਦ ਪੰਕਜ ਬੰਦਨ, ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਬਿਘਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦੁਰ ਪਰਮ ਕਿਰਪਾਲਾ, ਜੀ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋਂ ਤਰਾ ਪਰ ਪੁੰਨ ਪੁੰਨ ਸ਼ੀਸ਼ਾ, ਪੁੰਨ ਪੁੰਨ ਸ਼ੀਸ਼ਾ। ਬੰਦੋਂ ਬਾਰ ਬਾਰ ਜਗਤੀਸ਼ਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਸ਼੍ਰੀ ਗੁਰੂ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਉ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਦੋਹਰਾ ਮ੍ਰਿਗ ਅਰਬਕ ਸੇ ਚਕਤ ਚਖ, ਕਰੇ ਨੀਚ ਡਰ ਮਾਤ। ਸਜਲ ਭਏ ਚਖ ਦੋ ਮਨੋ, ਸ਼ੋਰਤ ਸਰਤਾ ਗਾਤ। ਮ੍ਰਿਗ ਅਰਬਕ ਸੇ ਚਕਤ ਚਖ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਾਧ ਸੰਗਤ ਜੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਿਹਰ ਅਮਰ ਸਦਕਾ, ਨਿਰੰਕਾਰ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਚੱਲ ਰਹੀ ਅਮਰ ਕਥਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਅੰਦਰ ਪਿਛਲੇ ਸਮੇਂ ਆਪਾਂ ਪ੍ਰਸੰਗ ਸਰਵਣ ਕੀਤਾ ਸੀ। ਦੀਨ ਦੁਨੀਆ ਦੇ ਮਾਲਕ ਰਾਏ ਭੋਏ ਦੀ ਤਲਵੰਡੀ ਵਿਖੇ ਬਾਲ ਲੀਲਾ ਕਰ ਰਹੇ ਨੇ। ਬਾਲਾ ਪ੍ਰੀਤਮ ਜੀ ਬਾਲ ਚੋਜ ਕਰਦੇ ਨੇ। ਆਪਾਂ ਸਾਰਿਆਂ ਨੇ ਸਰਵਣ ਕੀਤਾ ਸੀ ਕਿ ਸੱਚੇ ਪਾਤਸ਼ਾਹ ਜਦੋਂ ਕੁਛ ਕੁ ਸਮੇਂ ਦੇ ਹੁੰਦੇ ਨੇ, ਦਿਨਾਂ ਦੇ ਹੁੰਦੇ ਨੇ, ਅਤੇ ਸਤਿਗੁਰਾਂ ਦਾ ਨਾਮਕਰਨ ਕੀਤਾ ਜਾਂਦਾ ਹੈ। ਪੰਡਿਤ ਹਰਦਿਆਲ ਜੀ ਨਾਮਕਰਨ ਕਰਦੇ ਨੇ, ਨਾਨਕ ਨਾਮ ਰੱਖਦੇ ਨੇ। ਨਾਨਕ ਨਾਮ ਦੇ ਅਰਥ ਵੀ ਦੱਸਦੇ ਨੇ। ਕਲਿਆਣ ਚੰਦ ਜੀ ਦੇ ਸ਼ੰਕਾ ਕਰਨ ਦੇ ਉੱਪਰ
ਸੱਚੇ ਪਾਤਸ਼ਾਹ ਸਨੇ 5 ਸਾਲਾਂ ਦੇ ਹੁੰਦੇ ਨੇ ਬਹੁਤ ਬੇਦੀ ਕੁਲ ਦੀਆਂ ਇਸਤਰੀਆਂ ਮਰਦ ਸਤਿਗੁਰਾਂ ਨੂੰ ਬਹੁਤ ਪਿਆਰ ਕਰਦੇ ਨੇ। ਰਸਨਾ ਤੋਂ ਤੋਤਲੀਆਂ ਗੱਲਾਂ ਬੋਲਦੇ ਨੇ, ਬਚਨ ਬੋਲਦੇ ਨੇ, ਉਹਨਾਂ ਨਾਲ ਵੀ ਕਿਸੇ ਦਾ ਭਲਾ ਹੋ ਜਾਂਦਾ ਹੈ। ਫਿਰ ਸਤਿਗੁਰੂ ਜੀ ਕੁਝ ਇਸ ਤਰ੍ਹਾਂ ਦੇ ਕੰਮ ਕਾਰਜ ਕਰਨ ਲੱਗੇ ਕਿ ਘਰ ਦੀਆਂ ਕੀਮਤੀ ਵਸਤੂਆਂ ਬਾਹਰ ਲਿਜਾ ਜਾਣੀਆਂ, ਲਿਜਾ ਕੇ ਗਵਾ ਆਉਣੀਆਂ, ਭਾਂਡੇ ਗਹਿਣੇ ਵਸਤਰ ਆਦਿ ਘਰੋਂ ਲੈ ਜਾਂਦੇ। ਸਤਿਗੁਰੂ ਸੱਚੇ ਪਾਤਸ਼ਾਹ ਗਰੀਬਾਂ ਦੇ ਅਤਿਥੀ ਲੋਕ, ਜਿੱਥੇ ਗਰੀਬ ਲੋਕ ਰਹਿੰਦੇ ਨੇ ਉੱਥੇ ਜਾ ਕੇ ਸੁੱਟ ਆਉਂਦੇ। ਹਰ ਵੇਲੇ ਸਤਿਗੁਰੂ ਜੀ ਇਸ ਢੰਗ ਤਰੀਕੇ ਦੇ ਨਾਲ ਕਾਰਜ ਕਰਦੇ ਕਿ ਦਇਆ ਕਰਨ ਨਾਲ ਉਹਨਾਂ ਦਾ ਅਜਿਹਾ ਵਿਹਾਰ ਬਣਿਆ ਰਵੇ। ਇੱਕ ਦਿਨ ਮਹਾਰਾਜ ਜੀ ਭਾਂਡਾ ਇੱਕ ਘਰੋਂ ਲੈ ਗਏ, ਵਸਤੂ ਲੈ ਗਏ, ਇੱਕ ਗਰੀਬ ਪਾਸ ਸੁੱਟ ਆਏ। ਜਦ ਮੁੜ ਕੇ ਘਰ ਆਏ ਤੇ ਮਾਤਾ ਜੀ ਬਹੁਤ ਗੁੱਸੇ ਹੋਏ। ਮਾਤਾ ਜੀ ਪੁੱਛਣ ਲੱਗੇ ਕਿ ਉਹ ਬਰਤਨ ਕਿੱਥੇ ਹੈ? ਹੁਣੇ ਤਾਂ ਤੇਰੇ ਹੱਥ ਵਿੱਚ ਸੀ। ਮਹਾਰਾਜ ਜੀ ਨੇ ਆਪਣੇ ਮੁਖਾਰਬਿੰਦ ਤੋਂ ਕੋਈ ਉੱਤਰ ਨਾ ਦਿੱਤਾ। ਮੁਕਤੀ ਦੇ ਦਾਤੇ ਧੰਨ ਗੁਰੂ ਨਾਨਕ ਸਾਹਿਬ ਜੀ ਚੁੱਪ ਰਹੇ। ਧੰਨ ਮਾਤ ਤ੍ਰਿਪਤਾ ਜੀ ਨੇ ਹੱਥ ਵਿੱਚ ਸੋਟੀ ਲੈ ਕੇ, ਮਾਤ ਤ੍ਰਿਪਤਾ ਜੀ ਡਰਾਉਣ ਲੱਗੇ ਆਪਣੇ ਬਾਲਕ ਨੂੰ। ਤਾਂ ਇੱਥੋਂ ਅੱਗੇ ਪ੍ਰਸੰਗ ਸੱਚੇ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀਆਂ ਸਿੱਖ ਸੰਗਤਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਦਾ ਧਿਆਨ ਕਰੋ। ਜੇ ਅਸੀਂ ਭਲਾ ਚਾਹੁੰਦੇ ਹਾਂ ਤਾਂ ਸਾਰੇ ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਮ੍ਰਿਗ ਅਰਬਕ ਸੇ ਚਕਤ ਚਖ ਕਰੇ ਨੀਚ ਦਰਮਾਤ। ਜਦੋਂ ਮਾਤ ਤ੍ਰਿਪਤਾ ਜੀ ਨੇ ਸੋਟੀ ਲੈ ਕੇ ਆਪਣੇ ਪੁੱਤਰ ਨੂੰ ਡਰਾਉਣਾ ਚਾਹਿਆ ਤਾਂ ਮਿਰਗ ਅਰਬਕ ਸੇ ਚਕਿਤ ਚਖ, ਹਿਰਨ ਦੇ ਬੱਚੇ ਵਰਗੀਆਂ ਹੈਰਾਨ ਅੱਖਾਂ ਮਾਤਾ ਜੀ ਤੋਂ ਡਰ ਕੇ ਨੀਵੀਆਂ ਕਰ ਲਈਆਂ। ਮੇਰੇ ਮਾਲਕ ਨੇ ਸਜਲ ਭਏ ਚਖ ਦੋ ਮਨੋ ਸ਼ੋਰਤ ਸਰਤਾ ਗਾਤ। ਮਾਤਾ ਜੀ ਡਾਂਟ ਰਹੇ ਨੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੋਵੇਂ ਨੈਣ ਸਤਿਗੁਰਾਂ ਦੇ ਜਲ ਨਾਲ ਭਰ ਕੇ ਵਹਿ ਤੁਰੇ, ਮਾਨੋ ਦੋ ਮੱਛਾਂ ਦੇ ਸਰੀਰਾਂ ਨੇ ਨਦੀਆਂ ਵਹਾ ਦਿੱਤੀਆਂ ਹੁਣ। ਚੌਪਈ ਲਾਲੂ ਪਿਤਰ ਬੰਦ ਤਬ ਆਇਓ। ਪਿਤਰ ਪਿਤਾ ਦੇ ਭਰਾਤਾ ਲਾਲੂ ਜੀ ਆਏ ਜਦੋਂ ਮਾਤਾ ਜੀ ਡਾਂਟ ਰਹੇ ਸਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ। ਆ ਕੇ ਕੀ ਕਿਹਾ? ਕਰਨਾ ਰਸ ਮੈਂ ਹੋ ਛੁਟਕਾਇਓ। ਉਹਨਾਂ ਨੇ ਕਿਰਪਾ ਵਿੱਚ ਆ ਕੇ ਆਪਣੇ ਭਤੀਜੇ ਨੂੰ ਛਡਾ ਲਿਆ। ਰਿਸਕੀ ਨੇ ਕਹੀ ਪੁਨਵਾਕੂ। ਰੋਸ ਵਿੱਚ ਆ ਕੇ ਮਾਤਾ ਤ੍ਰਿਪਤਾ ਜੀ ਨੇ ਫਿਰ ਕੁਝ ਬਚਨ ਕਹੇ। ਔਗਣ ਕੀਨੇ ਇਨ ਪ੍ਰਾਕੂ। ਆਖਿਆ ਇਸ ਨੇ ਪਹਿਲਾਂ ਹੀ ਬਹੁਤ ਔਗਣ ਕੀਤੇ ਹਨ, ਬਹੁਤ ਵਸਤੂਆਂ ਘਰ ਵਿੱਚੋਂ ਲੈ ਕੇ ਬਾਹਰ ਸੁੱਟ ਆਉਂਦਾ ਹੈ। ਕੀ ਔਗਣ ਕੀਤੇ ਹਨ ਮੇਰੇ ਮਾਲਕ ਨੇ? ਇਹ ਸਦਨ ਤੇ ਵਸਤ ਜੋ ਹੈ ਰਹਿ। ਘਰ ਵਿੱਚੋਂ ਜੋ ਚੀਜ਼ ਵੇਖਦਾ ਹੈ ਉਸ ਨੂੰ ਬਾਹਰ ਲੈ ਜਾਂਦਾ ਹੈ। ਬਾਹਰ ਨਾ ਆਨੇ ਬਾਹਰ ਘੇਰ ਹੈ। ਫਿਰ ਬਾਹਰੋਂ ਦੁਬਾਰਾ ਲੈ ਕੇ ਨਹੀਂ ਆਉਂਦਾ। ਘਰ ਵਿੱਚੋਂ ਜਿਹੜੀ ਵਸਤੂ ਲੈ ਜਾਂਦਾ, ਤੁਸੀਂ ਇਸ ਨੂੰ ਨਾ ਛਡਾਓ, ਇਸ ਨੂੰ ਅੱਜ ਮੈਨੂੰ ਥੋੜਾ ਜਿਹਾ ਡਾਂਟ ਲੈਣ ਦਿਓ। ਜਿਹੜੀ ਵਸਤੂ ਘਰ ਵਿੱਚੋਂ ਬਾਹਰ ਲੈ ਜਾਂਦਾ ਹੈ ਫਿਰ ਵਾਪਸ ਨਹੀਂ ਲਿਆਉਂਦਾ। ਨਿਠਰ ਨਿਡਰ ਸੋ ਢੀਠ ਇਹ ਜੈਸਾ। ਨਿਠਰ ਦੇ ਅਰਥ ਨੇ ਕਠੋਰ, ਨਿਡਰ ਅਤੇ ਢੀਠ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ, ਮਾਂ ਹੈ ਨਾ, ਮਾਂ ਬਚਨ ਸਾਰੇ ਕਹਿ ਸਕਦੀ ਹੈ। ਨਿਰੰਕਾਰ ਪਿਤਾ ਦੇ ਮਾਤਾ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਇਹਦੇ ਵਰਗਾ, ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਇਹਦੇ ਵਰਗਾ ਨਿਠਰ ਤੇ ਢੀਠ ਇਹਦੇ ਵਰਗਾ ਕੋਈ ਨਹੀਂ ਹੈ। ਹਾਂਜੀ ਅਬ ਲੋ ਹੋ ਨਾ ਨਿਹਾਰਿਓ ਐਸਾ। ਮੈਂ ਤਾਂ ਇਸ ਵਰਗਾ ਬੱਚਾ ਅਜੇ ਤੱਕ ਨਹੀਂ ਵੇਖਿਆ। ਪਰ ਮਾਤਾ ਜੀ ਨਹੀਂ ਸੀ ਜਾਣਦੇ ਕਿ ਇਹ ਤਾਂ ਭਲਾ ਕਰ ਰਹੇ ਨੇ, ਤਾਂ ਆਏ ਹੀ ਗਰੀਬਾਂ ਦੇ ਹਮਦਰਦ ਬਣ ਕੇ ਨੇ।
ਇਹ ਤਾਂ ਆਏ ਅਤਿਥੀਆਂ ਦੀ, ਗਰੀਬਾਂ ਦੀ, ਲੋੜਵੰਦਾਂ ਦੀ ਮਦਦ ਕਰਨ ਵਾਸਤੇ ਹੈ। ਹਾਂਜੀ। ਪੂਰਬ ਇਨਬੋ ਵਸਤ ਗਵਾਈ। ਮਾਤਾ ਤ੍ਰਿਪਤਾ ਜੀ ਕਹਿਣ ਲੱਗੇ ਨੇ ਪਹਿਲਾਂ ਬਹੁਤ ਚੀਜ਼ਾਂ ਗਵਾਈਆਂ ਨੇ ਘਰ ਦੀਆਂ। ਹਉ ਕਹਿ ਰਹੀ ਸਮਝ ਨਹਿ ਆਈ। ਮੈਂ ਇਸ ਨੂੰ ਬਹੁਤ ਕਿਹਾ ਪਰ ਇਹਦੀ ਸਮਝ ਵਿੱਚ ਆਉਂਦੀ ਨਹੀਂ ਗੱਲ। ਇਹ ਤਾਂ ਹੁਣ ਕੁੱਟ ਦੇ ਕਾਬਲ ਹੈ। ਹਾਂਜੀ। ਆਸਨ ਜੋਗ ਅਬ ਹੈ ਤੁਛੋ ਛੋਰਾ। ਇਹ ਤਾਂ ਬਹੁਤ ਹੁਣ ਕੁੱਟ ਦੇ ਕਾਬਲ ਹੈ। ਕਹਿੰਦੇ ਮਾਤਾ ਜੀ ਕਹਿੰਦੇ ਮੈਂ ਤਾਂ ਨਹੀਂ ਤੈਨੂੰ ਛੱਡਦੀ, ਹੁਣ ਨਹੀਂ ਮੈਂ ਛੱਡਦੀ ਤੈਨੂੰ। ਬੜੀਆਂ ਤੂੰ ਪਹਿਲਾਂ ਚੀਜ਼ਾਂ ਗਵਾਈਆਂ ਨੇ ਘਰ ਦੀਆਂ, ਮੈਂ ਨਹੀਂ ਛੱਡਦੀ ਹੁਣ ਤੈਨੂੰ। ਐਸਾ ਕਾਜ ਨ ਕਰ ਅਨੌਰਾ। ਦੁਬਾਰਾ ਅਜਿਹਾ ਕੰਮ ਨਹੀਂ ਕਰਨਾ। ਦੋਹਰਾ ਜਨਨੀ ਜੋ ਸਮਝਾਏ ਕੈ ਔਰ ਭਰ ਆਇਓ ਨੇਹੋ। ਮਾਤਾ ਜੀ ਇਸ ਤਰ੍ਹਾਂ ਸਮਝਾ ਕੇ ਫਿਰ ਮੋਹ ਵਾਸੇ ਵਿੱਚ ਹੋ ਗਏ। ਗੁਰਬਾਣੀ ਵਿੱਚ ਪੰਕਤੀ ਆਉਂਦੀ ਹੈ ਨਾ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇ ਤੇਰਾ ਮਈਆ। ਉੱਥੇ ਵੀ ਪ੍ਰਮਾਣ ਜਨਨੀ ਦਾ, ਮਾਤਾ ਦਾ ਦਿੱਤਾ ਹੈ। ਹੇ ਅਕਾਲ ਪੁਰਖ ਵਾਹਿਗੁਰੂ, ਜਿਵੇਂ ਸੁੱਤ ਪੁੱਤਰ ਅਨੇਕਾਂ ਅਪਰਾਧ ਕਰਦੇ ਨੇ, ਪਰ ਜਨਨੀ ਜਿਹੜੀ ਹੈ, ਮਾਂ ਜਿਹੜੀ ਹੈ ਨਾ, ਉਹ ਆਪਣੇ ਚਿੱਤ ਵਿੱਚ ਨਹੀਂ ਰੱਖਦੀ, ਚਿਤਾਰਦੀ ਨਹੀਂ ਹੈ। ਅਸੀਂ ਕਲਯੁਗੀ ਜੀਵ, ਪੱਗ ਜੀਵ, ਮਾਇਆ ਦੇ ਪੁਤਲੇ ਔਗਣਾਂ ਨਾਲ ਭਰੇ ਹੋਏ ਹਾਂ। ਸੱਚੇ ਪਾਤਸ਼ਾਹ, ਸਾਡੇ ਵੀ ਤੁਸੀਂ ਗੁਣ ਔਗਣ ਨਾ ਚਿਤਾਰੋ ਇੱਕ ਮਾਂ ਦੀ ਤਰ੍ਹਾਂ। ਮਾਤਾ ਤ੍ਰਿਪਤਾ ਜੀ ਸਮਝਾ ਕੇ ਨਾ ਇਸ ਤਰ੍ਹਾਂ ਡਾਟ ਕੇ ਮੋਹ ਵਿੱਚ ਹੋ ਗਏ, ਮੋਹ ਵਸ ਹੋ ਗਏ, ਕਿਉਂਕਿ ਮਾਂ ਹੈ ਨਾ, ਮਾਂ। ਹਾਂਜੀ। ਕਰ ਗਏ ਅੰਕ ਬਿਠਾਇਓ ਨਿਜ ਸੁਤ ਕਰਨਾ ਗੇਹੋ। ਫਿਰ ਮਾਤਾ ਜੀ ਨੇ ਬਾਹਾਂ ਤੋਂ ਫੜ ਕੇ ਕਿਰਪਾ ਦੇ ਘਰ ਆਪਣੇ ਪੁੱਤਰ ਨੂੰ ਗੋਦੀ ਵਿੱਚ ਬਿਠਾ ਲਿਆ। ਚੌਪਈ ਪੌਸ਼ਤ ਈਸ਼ਨ ਸਭ ਛਾਨਨ ਛਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਖਾਂ ਵਿੱਚੋਂ ਬਹੁਤ ਅਥਰੂ ਵਹਿ ਚੁੱਕੇ ਸਨ, ਪਾਣੀ ਵਹਿ ਚੁੱਕਾ ਸੀ। ਮਾਤਾ ਜੀ ਅੱਖਾਂ ਨੂੰ ਪੂੰਝਦੇ ਨੇ, ਪਵਿੱਤਰ ਮੁਖੜੇ ਨੂੰ ਸਾਫ਼ ਕਰਦੇ ਹਨ। ਸ਼ਕੀ ਮੋਹ ਮੈਂ ਪੇਖ ਜਨਨੀ ਤਬ। ਮਾਤਾ ਜੀ ਨੇ ਬੜੇ ਵਿੱਚੋਂ ਮੋਹ ਵਿੱਚ ਆ ਕੇ ਪਛਤਾਪ ਕਰਤ ਚਿਤ ਮਾਹੀ। ਫਿਰ ਚਿੱਤ ਵਿੱਚ ਆਪਣੇ ਕਠੋਰ ਰਵੱਈਏ ਤੋਂ ਪਛਤਾਉਣ ਲੱਗੇ। ਮਾਤਾ ਤ੍ਰਿਪਤਾ ਜੀ, ਹਮਰੇ ਸਦਨ ਇੱਕ ਸੁਤਿਆਹੀ। ਮਾਤਾ ਜੀ ਨੇ ਸੋਚਿਆ, ਮਨ ਵਿੱਚ ਸੋਚਿਆ ਕਿ ਸਾਡਾ ਤਾਂ ਕੇਵਲ ਇੱਕ ਹੀ ਪੁੱਤਰ ਹੈ। ਮਾਤਾ ਜੀ ਬੜਾ ਪਛਤਾਉਣ ਲੱਗੇ ਆਪਣੇ ਕਠੋਰ ਰਵੱਈਏ ਤੇ। ਹਾਂਜੀ। ਬਾਲ ਬੈਸ ਇਹ ਆਪਨ ਪਰ ਕੋ। ਇਹ ਹਾਲੇ ਬਾਲਕ ਹੈ। ਮਾਤਾ ਜੀ ਆਪਣੇ ਅੰਦਰ ਹੀ ਵਿਚਾਰ ਕਰ ਰਹੇ ਨੇ। ਧੰਨ ਜਗਤ ਮਾਤਾ, ਮਾਤਾ ਤ੍ਰਿਪਤਾ ਜੀ ਆਪਣੇ ਮਨ ਵਿੱਚ ਹੀ ਵਿਚਾਰ ਕਰ ਰਹੇ ਨੇ, ਹਾਲੇ ਤਾਂ ਬਾਲਕ, ਇਹਨੂੰ ਕੀ ਸਮਝ ਹੈ। ਹਾਂਜੀ। ਆਣ ਲਾਭ ਨਹਿ ਜਾਣੇ ਘਰ ਕੋ। ਇਹਨੂੰ ਆਪਣੇ ਪਰਾਏ ਦੀ ਪਛਾਣ ਨਹੀਂ ਤੇ ਘਰ ਵਿੱਚ ਕੋਈ ਹਾਨ ਲਾਭ ਨਹੀਂ ਜਾਣਦਾ। ਵੱਡੋ ਹੋਏ ਸਮਝੇ ਸਭ ਰੀਤੀ। ਇਹ ਵੱਡਾ ਹੋ ਕੇ ਸਾਰੇ ਰਸਮਾਂ ਰੀਤਾਂ ਨੂੰ ਸਮਝ ਜਾਵੇਗਾ। ਆਪ ਡਰ ਪਾਵਨ ਕੀ ਨਹਿ ਨੀਤੀ। ਹੁਣ ਡਰਾਉਣ ਦੀ ਲੋੜ ਨਹੀਂ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹਨੂੰ ਹਾਨ ਲਾਭ ਦੀ, ਇਹਨੂੰ ਛੋਟੇ ਵੱਡੇ ਦੀ ਕੋਈ ਸਮਝ ਨਹੀਂ ਹੈ। ਹੋਰ ਵਿਚਾਰ ਕਰ ਇਹ ਬਿਦ ਮਾਤਾ। ਮਾਤਾ ਜੀ ਨੇ ਇਸ ਤਰ੍ਹਾਂ ਦਿਲ ਵਿੱਚ ਵਿਚਾਰ ਕਰਕੇ ਤਜਿਓ ਅੰਕ ਤੇ ਹਿਤ ਕਰਮ ਤਾਤਾ। ਪੁੱਤਰ ਨੂੰ ਪਿਆਰ ਕਰਕੇ, ਹਿੱਤ ਕਰਕੇ ਆਪਣੀ ਗੋਦੀ ਵਿੱਚੋਂ ਉਠਾ ਦਿੱਤਾ। ਖੇਲਣ ਲਗੇ ਬਾਲਕਨ ਮਾਹੀ। ਬਾਲਾ ਪ੍ਰੀਤਮ ਫਿਰ ਬਾਲਾਂ ਨਾਲ ਖੇਡਣ ਲੱਗ ਗਏ, ਖੁਸ਼ੀ ਖੁਸ਼ੀ। ਹਾਂਜੀ। ਕੇ ਦਰਸ਼ਨ ਦੋਖ ਨਸਾਹੀ। ਸਾਰੇ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖਦੇ, ਜਿਨ੍ਹਾਂ ਦੇ ਦਰਸ਼ਨ ਕਰਕੇ ਸਾਰੇ ਦੁੱਖ ਨਾਸ ਹੋ ਜਾਂਦੇ ਨੇ। ਖੇਲਣ ਲਗੇ ਬਾਲਕਨ ਮਾਹੀ, ਜਿਹ ਕੇ ਦਰਸ਼ਨ ਦੋਖ ਨਸਾਹੀ। ਜਿਨ੍ਹਾਂ ਦੇ ਦਰਸ਼ਨ ਕੀਤਿਆਂ ਦੁੱਖਾਂ ਦਲਿੱਦਰਾਂ ਦਾ ਨਾਸ ਹੋ ਜਾਂਦਾ ਹੈ, ਐਸੇ ਮੇਰੇ ਸਤਿਗੁਰੂ ਜੀ ਬਾਲਕਾਂ ਨਾਲ ਖੇਲਣ ਲੱਗੇ। ਦੋਹਰਾ ਕਾਲੂ ਲਛਣ ਦੇਖ ਅਸ ਦੇਵ ਗਵਾਕ ਸੁਭਾਰ। ਮਹਿਤਾ ਕਾਲੂ ਜੀ ਵੇਖ ਰਹੇ ਸਨ, ਅਜਿਹੇ ਲੱਛਣ ਵੇਖੇ ਤਾਂ ਜੋਤਸ਼ੀ ਨਾਲ ਗੱਲ ਕਰਨ ਦਾ ਮਨ ਬਣਾਇਆ। ਪੰਡਤ ਹਰਦਿਆਲ ਜੀ ਉਸ ਸਮੇਂ ਦੇ ਪੰਡਤ ਸਨ। ਹਾਂਜੀ। ਗਿਰਤ ਗਟੀ ਔਰ ਅਟਪਟੀ ਤਹਿ ਕੇ ਗਇਓ ਅਗਾਰ। ਮਨ ਦੇ ਵਿੱਚ ਉਲਟੀਆਂ ਪੁਲਟੀਆਂ ਗਿਣਤੀਆਂ ਗਿਣਤਾ ਜੋਤਸ਼ੀ ਦੇ ਘਰ ਚਲੇ ਗਏ। ਜੋਤਸ਼ੀ ਤੋਂ ਭਾਵ ਪੰਡਤ ਹਰਦਿਆਲ ਜੀ, ਜਿਨ੍ਹਾਂ ਨੇ ਜਨਮ ਪੱਤਰੀ ਲਿਖੀ ਸੀ ਤੇ ਲੱਛਣ ਵੇਖ ਕੇ ਸਾਰੇ ਕਿਹਾ ਸੀ ਇਹਦੇ ਸਿਰ ਤੇ ਛਤਰ ਝੁੱਲੇਗਾ, ਭਲਾ ਪੁੱਤਰ ਤੇਰੇ ਘਰ ਵਿੱਚ ਪੈਦਾ ਹੋਇਆ ਹੈ। ਸਾਰੀ ਅਵਸਥਾ ਵੇਖ ਕੇ ਮਹਿਤਾ ਕਾਲੂ ਜੀ
ਪੰਡਤ ਹਰਦਿਆਲ ਦੇ ਘਰ ਵਿੱਚ ਗਏ, ਉਲਟੀਆਂ ਪੁਲਟੀਆਂ ਗਿਣਤੀਆਂ ਕਰਦੇ ਹੋਏ। ਚੌਪਈ ਦਿਜ ਕੋ ਦੇਖ ਬਦਨ ਤੇ ਬੋਲਿਓ। ਬ੍ਰਾਹਮਣ ਜੀ ਨੂੰ ਵੇਖ ਕੇ ਨਾ ਪੰਡਤ ਹਰਦਿਆਲ ਜੀ ਨੂੰ ਦੇਖ ਕੇ ਮਹਿਤਾ ਕਾਲੂ ਜੀ ਬੋਲੇ, ਭਲੋ ਆਪਨੇ ਜੋਤਿਸ਼ ਟੋਲਿਓ। ਆਖਿਆ ਬਹੁਤ ਵਧੀਆ ਤੂੰ ਜੋਤਿਸ਼ ਲਾਇਆ, ਬੜਾ ਵਧੀਆ ਜੋਤਿਸ਼ ਟੋਲਿਆ ਹੈ, ਬੜਾ ਵਧੀਆ ਟੇਵਾ ਲਾਇਆ ਤੂੰ। ਤੁਮਰੋ ਕਹਿਓ ਨਾ ਉਫੋਰ ਭਾਏ ਕੋ। ਇੱਕ ਤੁਹਾਡੀ ਕਹੀ ਹੋਈ ਗੱਲ ਪੰਡਤ ਜੀ ਇੱਕ ਵੀ ਸੱਚੀ ਨਹੀਂ ਹੋਈ। ਹਾਂਜੀ, ਵਰਣਨ ਕੀਨੇ ਗੁਣ ਜੋ ਅਨੇਕੋ। ਜਿਹੜੇ ਤੁਸੀਂ ਮੇਰੇ ਪੁੱਤਰ ਦੇ ਅਨੇਕਾਂ ਗੁਣ ਵਰਣਨ ਕੀਤੇ ਸਨ, ਉਹ ਸਾਰੇ ਤੁਸੀਂ ਝੂਠੇ ਕੀਤੇ ਸਨ, ਭਾਵ ਇੱਕ ਵੀ ਗੱਲ ਸੱਚੀ ਨਹੀਂ ਹੈ। ਹਾਂਜੀ, ਕੇ ਲੱਛਣ ਤੇ ਮੈਂ ਜਾਣੀ। ਉਸ ਦੇ ਲੱਛਣ ਵੇਖ ਕੇ ਮੈਂ ਸਮਝ ਗਿਆ ਹਾਂ, ਅਨਹਾਨੀ ਹੋਏ ਮਨ ਅਨੁਮਾਨੀ। ਕਿਉਂਕਿ ਮਹਿਤਾ ਕਾਲੂ ਜੀ ਧਨ ਦੇ ਨਾਲ ਪ੍ਰੀਤੀ ਰੱਖਦੇ ਨੇ ਜਿਆਦੀ, ਮਾਇਆ ਦੇ ਨਾਲ ਪ੍ਰੀਤੀ ਜਿਆਦੀ ਹੈ। ਕਹਿੰਦੇ ਮੈਂ ਇਹਦੇ ਲੱਛਣ ਵੇਖ ਕੇ ਜਾਣ ਗਿਆ ਕਿ ਮੇਰੇ ਧਨ ਦੀ ਜਿਹੜੀ ਹਾਨੀ ਹੋਵੇਗੀ ਮੈਂ ਅਨੁਮਾਨ ਲਾ ਲਿਆ। ਮੈਂ ਇਹ ਸਮਝ ਗਿਆ ਕਿ ਮੇਰੇ ਧਨ ਦੀ ਬਹੁਤ ਹਾਨੀ ਹੋਵੇਗੀ, ਅਨੁਮਾਨ ਲਾਇਆ ਹੈ। ਭਲੋ ਛਤਰ ਮੁਝ ਧਾਮ ਫਿਰਾਇਓ। ਪੰਡਤ ਹਰਦਿਆਲ ਜੀ ਨੂੰ ਕਹਿੰਦੇ ਤੂੰ ਤੇ ਕਹਿੰਦਾ ਸੀ ਛਤਰ ਝੁਲੇਗਾ, ਭਲਾ ਛਤਰ ਚੜਾਇਆ ਹੀ ਮੇਰੇ ਸਿਰ ਤੇ, ਮੇਰੇ ਘਰ ਤੇ। ਅਗਲੀ ਦੀਨੀ ਵਸਤ ਗਵਾਇਓ। ਉਹ ਘਰ ਵਿੱਚ ਪਹਿਲੀਆਂ ਵਸਤੂਆਂ ਵੀ ਗਵਾਈ ਜਾਂਦਾ, ਤੂੰ ਤਾਂ ਕਹਿੰਦਾ ਸੀ ਛਤਰ ਝੁਲੇਗਾ। ਜੋ ਲੈਵੇ ਸੋ ਜਾਏ ਗਵਾਵਹਿ। ਜੋ ਕੁਝ ਵੀ ਲੈਂਦਾ ਗਵਾ ਕੇ ਆ ਜਾਂਦਾ ਹੈ ਘਰ ਵਿੱਚ। ਬੂਝੇ ਜੇ ਨੇ ਕਛੂ ਬਤਾਵਹਿ। ਅਸੀਂ ਉਹਨੂੰ ਪੁੱਛਦੇ ਹਾਂ ਤੇ ਦੱਸਦਾ ਕੁਛ ਨਹੀਂ ਹੈ। ਹਾਂਜੀ, ਗਣਨਾਗਿਨੀ ਗੁਣੀ ਨਿਰਗੁਣੀ। ਇਸ ਤਰ੍ਹਾਂ ਕਰਕੇ ਤੁਸੀਂ ਜੋ ਗੁਣਾਂ ਵਾਲੀ ਗਿਣਤੀ ਗਿਣੀ ਹੈ, ਤੁਮ ਗੁਣਵਾਨ ਭਨੀ ਅਨਬਨੀ। ਉਸ ਨੂੰ ਵਿਚਾਰੀਏ ਤਾਂ ਸਾਰੇ ਗੁਣਾ ਰਹਿਤ ਹੈ। ਤੁਸੀਂ ਤਾਂ ਗੁਣਵਾਨ ਕਿਹਾ ਸੀ ਕਿ ਬੜਾ ਗੁਣਵਾਨ ਹੈ, ਉਲਟਾ ਉਹ ਗੁਣਹੀਨ ਨਿਕਲਿਆ, ਗੁਣਾਂ ਤੋਂ ਸਖਣਾ ਨਿਕਲਿਆ ਹੈ। ਦੋਹਰਾ ਮਨ ਹਰਖਾਵਨ ਕੇ ਨਿਮਿਤ ਮੁਝ ਸੋ ਕਿਦੋਂ ਸੁਨਾਏ। ਮਹਿਤਾ ਕਾਲੂ ਜੀ ਕਹਿੰਦੇ ਤੁਸੀਂ ਮੇਰਾ ਮਨ ਰੱਖਣ ਵਾਸਤੇ ਮੈਨੂੰ ਕੁਝ ਦੱਸਿਆ ਸੀ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਤੁਸੀਂ ਮੇਰਾ ਮਨ ਰੱਖਣ ਵਾਸਤੇ ਮੈਨੂੰ ਸਾਰਾ ਕੁਝ ਦੱਸਿਆ ਹੈ। ਹਾਂਜੀ, ਗਣਨਾ ਕਰਤੇ ਚੁੱਕ ਗਏ ਕਦੋਂ ਨਾ ਜਾਣਿਓ ਜਾਏ। ਤੁਸੀਂ ਜਾਂ ਗਿਣਤੀ ਕਰਦੇ ਭੁੱਲ ਗਏ, ਜਾਂ ਤੁਸੀਂ ਮੇਰਾ ਮਨ ਰੱਖਣ ਵਾਸਤੇ ਉਹਦੇ ਗੁਣ ਪ੍ਰਗਟ ਕੀਤੇ, ਜਾਂ ਅਸਲ ਤੱਥ ਤੁਸੀਂ ਸਮਝਿਆ ਹੀ ਨਹੀਂ। ਚੌਪਈ ਸੁਨ ਕਰ ਜਬਰ ਕਾਲੂ ਬਾਨੀ। ਮਹਿਤਾ ਕਾਲੂ ਜੀ ਦੇ ਅਸ਼ਰਦਕ ਭਰਪੂਰ, ਅਸ਼ਰਦਾ ਭਰੇ, ਸ਼ਰਦਾ ਤੋਂ ਹੀਣੇ ਸ਼ਬਦ ਬ੍ਰਾਹਮਣ ਨੇ ਸੁਣੇ। ਤੀ ਅਸ਼ਰਦਾ ਮੈਂ ਲਪਟਾਨੀ। ਜਿਹੜੇ ਉਹ ਬਚਨ ਸਨ ਅਸ਼ਰਦਾ ਦੇ ਵਿੱਚ ਲਪੇਟੇ ਹੋਏ ਸਨ, ਸ਼ਰਦਾਵਾਨ ਬੋਲ ਨਹੀਂ ਸੀ ਮਹਿਤਾ ਕਾਲੂ ਜੀ ਨੇ ਜਿਹੜੇ ਕਹੇ। ਤੇ ਸੁਰ ਸ਼ਰਦਾ ਦੇਵਨ ਹੇਤੂ। ਉਸ ਦੇ ਹਿਰਦੇ ਵਿੱਚ ਸ਼ਰਧਾ ਲਿਆਉਣ ਵਾਸਤੇ ਬੋਲਿਓ ਬਚਨ ਵਿਪਰ ਕੁਲ ਕੇਤੂ। ਕੁਲ ਕੇਤੂ ਉਹਨਾਂ ਦੇ ਕੁਲ ਦਾ ਬ੍ਰਾਹਮਣ, ਕੁਲ ਦਾ ਬੇਦੀ ਕੁਲ ਦਾ ਬ੍ਰਾਹਮਣ ਪੰਡਤ ਹਰਦਿਆਲ ਨੇ ਬਚਨ ਕਹੇ। ਇੱਕ ਲੱਛਣ ਮੈਂ ਤਬਹੀ ਹੇਰਾ। ਆਖਿਆ ਮਹਿਤਾ ਕਾਲੂ ਜੀ ਇੱਕ ਲੱਛਣ ਮੈਂ ਉਦੋਂ ਵੇਖ ਲਿਆ ਸੀ, ਕਹਿਓ ਨਾ ਸੋ ਪਿਖ ਆਨੰਦ ਤੇਰਾ। ਤੁਹਾਡੇ ਸੁਖ ਆਨੰਦ ਨੂੰ ਵੇਖ ਕੇ ਉਹ ਮੈਂ ਕਿਹਾ ਨਹੀਂ ਸੀ, ਇਹ ਲੱਛਣ ਤਾਂ ਮੈਂ ਪਹਿਲਾਂ ਹੀ ਵੇਖ ਲਿਆ ਸੀ। ਹਾਂਜੀ, ਪ੍ਰਗਟ ਭਇਓ ਮੈਂ ਸੋ ਅਬ ਜਾਣਿਓ। ਉਹ ਲੱਛਣ ਪ੍ਰਗਟ ਹੋ ਗਿਆ, ਉਸ ਦਾ ਮੈਨੂੰ ਹੁਣ ਪਤਾ ਲੱਗ ਗਿਆ ਹੈ। ਜੋ ਤੋ ਸੋ ਨੈ ਤਬੇ ਬਖਾਨਿਓ। ਜਿਹੜਾ ਮੈਂ ਤੁਹਾਨੂੰ ਦੱਸਿਆ ਨਹੀਂ ਸੀ ਲੱਛਣ, ਉਹ ਲੱਛਣ ਹੁਣ ਪ੍ਰਗਟ ਹੋ ਗਿਆ ਸਾਰਿਆਂ ਦੇ ਸਾਹਮਣੇ। ਬਾਲਕ ਕੇ ਸੰਬੰਧੀ ਜੇਤੇ। ਬਾਲਕ ਦੇ ਜਿੰਨੇ ਵੀ ਸਕੇ ਸੰਬੰਧੀ ਹਨ, ਮਹਿਮਾ ਲੱਖ ਨਾ ਸਕਹਿਗੇ ਤੇਤੇ। ਉਹ ਧੰਨ ਗੁਰੂ ਨਾਨਕ ਸਾਹਿਬ ਦੀ ਮਹਿਮਾ ਨੂੰ ਜਾਣ ਨਹੀਂ ਸਕਣਗੇ। ਪਿਆਰ ਨਾਲ ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੇ ਵੀ ਇਸ ਬਾਲਕ ਦੇ ਸਕੇ ਸੰਬੰਧੀ ਨੇ, ਉਹ ਨਿਰੰਕਾਰ ਪਿਤਾ ਸੱਚੇ ਪਾਤਸ਼ਾਹ, ਦੀਨ ਦੁਨੀਆ ਦੇ ਮਾਲਕ, ਕੋਟ ਬ੍ਰਹਮੰਡ ਕੋ ਠਾਕਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ, ਖੰਡਾਂ ਬ੍ਰਹਮੰਡਾਂ ਦੇ ਮਾਲਕ, ਧੰਨ ਨਿਰੰਕਾਰ ਪਿਤਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਹਿਮਾ ਨੂੰ ਜਾਣ ਨਹੀਂ ਸਕਣਗੇ ਜਿਹੜੇ ਸੰਬੰਧੀ ਹਨ। ਔਰ ਅਨੇਕ ਮਰਜ ਵਰਸਾਵ ਹੈ। ਪਰ ਹੋਰ ਜਿਹੜੇ ਲੋਕ ਹੋਣਗੇ ਨਾ, ਉਹ ਲਾਭ ਲੈਣਗੇ, ਉਹ ਲਾਹਾ ਪ੍ਰਾਪਤ ਕਰਨਗੇ। ਹੋਇ ਕਿ ਸੰਬੰਧੀ ਸੁਖ ਪਾਵੈ। ਕੋਈ ਇੱਕ ਅੱਧਾ ਸੰਬੰਧੀ ਜਿਹੜਾ ਸੁਖ ਪਾਵੇਗਾ। ਇਸ਼ਾਰਾ ਕਿਹਦੇ ਵੱਲ ਸੀ? ਬੇਬੇ ਨਾਨਕੀ ਜੀ ਵੱਲ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਕੋਈ ਇੱਕ ਅੱਧਾ ਸੰਬੰਧੀ ਜਿਹੜਾ ਮਹਿਮਾ ਨੂੰ ਜਾਣ ਸਕੇਗਾ। ਹੋਏ ਤਰਨ ਜਬ ਵਧੇ ਪ੍ਰਤਾਪਾ, ਜਦ ਉਹ ਜਵਾਨ ਹੋਵੇਗਾ ਤਾਂ ਵੱਡੇ ਪ੍ਰਤਾਪ ਵਾਲਾ ਹੋਵੇਗਾ। ਜੋ 52 ਤ੍ਰੈ ਲੋਕਨ ਮਾਪਾ, ਜਿਵੇਂ 52 ਅਵਤਾਰ ਨੇ ਤਿੰਨਾਂ ਲੋਕਾਂ ਨੂੰ ਮਿਣਿਆ ਹੈ। ਪੀਰ ਮੀਰ ਮਾਨਹਿ ਗਿਆਨਾ, ਇਹ ਸਾਰੇ ਜਗਤ ਵਿੱਚ ਫਿਰੇਗਾ। ਪੀਰ ਅਮੀਰ ਸਾਰੇ ਇਸ ਦੀ ਆਣ ਨੂੰ ਮੰਨਣਗੇ। ਜੋ ਗੋਕਲ ਮਥੁਰਾ ਭਗਵਾਨਾ, ਜਿਵੇਂ ਗੋਕਲ ਭਾਵ ਕ੍ਰਿਸ਼ਨ ਜੀ ਨੂੰ ਮਥੁਰਾ ਦੇ ਲੋਕ ਮੰਨਦੇ ਹਨ, ਮਥੁਰਾ ਦੇ ਲੋਕ ਮੰਨਦੇ ਹਨ ਗੋਕਲ ਕ੍ਰਿਸ਼ਨ ਜੀ ਨੂੰ। ਰਾਮਚੰਦ ਸੇ ਗੁਣ ਇਨ ਮਾਹੀ, ਭਗਵਾਨ ਰਾਮਚੰਦਰ ਜੀ ਵਾਲੇ ਸਾਰੇ ਗੁਣੇ ਦੇ ਵਿੱਚ ਹਨ। ਬ੍ਰਿਧ ਹੋਏ ਤਬ ਲਿਓ ਪਤ ਆਹੀ, ਆਖਿਆ ਮਹਿਤਾ ਕਾਲੂ ਜੀ ਜਦੋਂ ਵੱਡੇ ਹੋਣਗੇ ਨਾ ਪਰਖ ਕੇ ਵੇਖ ਲੈਣਾ, ਸਾਰੇ ਗੁਣ ਇਹਨਾਂ ਦੇ ਵਿੱਚ ਪ੍ਰਗਟ ਹੋਣਗੇ। ਹੋਏ ਚਾਰਜ ਵਿਆਸ ਸਮਾਨੇ, ਇਹ ਆਚਾਰੀਆ ਭਾਵ ਵਿਦਵਾਨ, ਵਿਦਵਾਨ ਆਚਾਰੀਆ ਬਿਆਸ ਵਾਂਗ ਵੱਡੇ ਹੋਣਗੇ। ਮਾਨਵ ਧਨ ਜੇ ਮਨ ਕਰ ਮਾਨੇ, ਉਹ ਮਾਨਵ ਧਨ ਹੋ ਜਾਵੇਗਾ ਜਿਹੜਾ ਸਤਿਗੁਰਾਂ ਦੇ ਬਚਨਾਂ ਨੂੰ ਮਨ ਕਰਕੇ ਮੰਨੇਗਾ। ਉਹ ਮਾਨਵ ਧਨਤਾ ਦੇ ਯੋਗ ਹੋ ਜਾਵੇਗਾ। ਦੋਹਰਾ ਸੁਤ ਪਰ ਸ਼ਰਦਾ ਔਰ ਕਰਹੁ, ਦਰਬ ਪ੍ਰੀਤ ਅਕਰ ਹਰ ਕਿਉਰ। ਆਖਿਆ ਮਹਿਤਾ ਕਾਲੂ ਜੀ ਆਪਣੇ ਪੁੱਤਰ ਤੇ ਸ਼ਰਧਾ ਬਣਾਓ, ਸ਼ਰਧਾ ਤੇ ਧਨ ਦੀ ਪ੍ਰੀਤੀ ਛੱਡ ਦੇਵੋ, ਝੂਠੇ ਧਨ ਦੀ। ਹਾਂਜੀ, ਪਰਮ ਰੂਪ ਪਰਮਾਤਮਾ ਚਿਦੰਗ ਚਰਾਚਰ ਮੂਰ। ਧਨ ਦੀ ਪ੍ਰੀਤੀ ਛੱਡੋ ਜੋ ਕੂੜੀ ਹੈ, ਇਹ ਪਰਮ ਰੂਪ ਪਰਮਾਤਮਾ। ਚੌਪਈ ਹਿਤ ਪ੍ਰਦ ਵਿਪਰਹਿ ਕੀ ਬਰਬਾਨੀ, ਪਰਮ ਰੂਪ ਪਰਮਾਤਮਾ ਚਿਦੰਗ ਚਰਾਚਰ ਮੂਰ। ਕਹਿੰਦੇ ਇਹ ਪਰਮ ਰੂਪ ਪਰਮਾਤਮਾ ਚੇਤਨ ਤੇ ਜੜ ਜੰਗਮ ਦਾ ਮੁੱਢ ਹੈ। ਹਾਂਜੀ, ਚੌਪਈ ਹਿਤ ਪ੍ਰਦ ਵਿਪਰਹਿ ਕੀ ਬਰਬਾਨੀ। ਮਹਿਤਾ ਕਾਲੂ ਜੀ ਨੇ ਹਿੱਤ ਦੇਣ ਵਾਲੀ ਬ੍ਰਾਹਮਣ ਦੀ ਬਾਣੀ ਸੁਣੀ। ਮੁਖ ਬਲ ਅਸ ਕਵ ਕਾਜ ਮਾਨੀ, ਜਿਵੇਂ ਕਹਿੰਦੇ ਮੂੰਹ ਜੋਰ ਘੋੜੇ ਦੀ ਲਗਾਮ ਵਾਂਗ, ਲਗਾਮ ਹੁੰਦੀ ਨਾ, ਮੂੰਹ ਜੋੜ ਘੋੜੇ ਦੇ ਮੂੰਹ ਦੇ ਵਿੱਚ ਲਗਾਮ ਪਾ ਦਈਏ, ਜਿਹੜਾ ਮੂੰਹ ਜੋਰ ਘੋੜਾ ਹੁੰਦਾ ਹੈ, ਇਸ ਤਰ੍ਹਾਂ ਉਸ ਲਗਾਮ ਵਰਗੀ ਬਾਣੀ ਮੰਨੀ। ਹਰ ਨਵ ਅਮੀ ਕੀਰਤੀ ਦਿਆਲਾ, ਸਮੁੰਦਰ ਵਿੱਚੋਂ ਨਿਕਲੇ ਅੰਮ੍ਰਿਤ ਵਰਗੀ ਬ੍ਰਾਹਮਣ ਦੀ ਇਹ ਕੀਰਤੀ। ਜਿਨ ਕੀ ਉਕਤ ਸੋ ਮੁਕਤਨ ਮਾਲਾ, ਕਹਿੰਦੇ ਅੰਮ੍ਰਿਤ ਵਰਗੀ ਬ੍ਰਾਹਮਣ ਦੀ ਇਹ ਕੀਰਤੀ ਸੁੰਦਰ ਮੋਤੀਆਂ ਦੀ ਮਾਲਾ ਵਰਗੀ ਸੀ। ਸ਼ਰਧਾ ਭਰੇ ਵਚਨ ਸੀ ਬ੍ਰਾਹਮਣ ਦੇ ਹਿਰਦੇ ਦੇ ਵਿੱਚੋਂ ਨਿਕਲੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਤੀ। ਸਾਕ ਬਣਕ ਜੋ ਕੀਮਤ ਤਾਹੀ, ਹਾਂਜੀ, ਸਾਗ ਪਾਤ ਵੇਚਣ ਵਾਲਾ ਜਿਵੇਂ ਮੋਤੀਆਂ ਦੀ ਮਾਲਾ ਦੀ ਕੀਮਤ ਨਹੀਂ ਜਾਣਦਾ, ਮੈਂ ਜਾਨੀ ਕਾਲੂ ਮਨ ਮਾਹੀ। ਉਸੇ ਤਰ੍ਹਾਂ ਮਹਿਤਾ ਕਾਲੂ ਜੀ ਨੂੰ ਬ੍ਰਾਹਮਣ ਦੀਆਂ ਗੱਲਾਂ ਦੀ ਕੋਈ ਸਮਝ ਨਾ ਆਈ। ਜਿਨ ਕੇਤ ਕੋ ਪੁਨ ਚਲ ਆਇਓ, ਆਪਣੇ ਘਰ ਨੂੰ ਆ ਗਿਆ ਮਹਿਤਾ ਕਾਲੂ ਜੀ। ਜਗਤ ਕਾਜ ਹਿਰਦਾ ਬਰਮਾਇਓ, ਆਪਣੇ ਦੁਨਿਆਵੀ ਕਾਰੋਬਾਰ ਵਿੱਚ ਪਰਚ ਗਏ। ਬਾਹਰੋ ਅਸਤ ਹਰ ਪਤ ਭਇਓ, ਅਹਰਤ ਪਤ ਭਇਓ। ਬਹਰੋ ਅਸਤ ਅਹਰ ਪਤ ਭਾਵ ਦਿਨ ਦਾ ਪਤੀ। ਦਿਨ ਦਾ ਪਤੀ ਕੌਣ ਹੈ? ਸੂਰਜ। ਕਹਿੰਦੇ ਦਿਨ ਦਾ ਪਤੀ ਡੁੱਬ ਗਿਆ, ਅਸਤ ਹੋ ਗਿਆ। ਭਾਈ ਵਿਭਾਵਰ ਗੁਰ ਗ੍ਰਹਿ ਆਇਓ, ਰਾਤ ਪਈ ਤਾਂ ਗੁਰੂ ਜੀ ਘਰ ਆ ਗਏ। ਇਹਦਾ ਭਾਵ ਹੈ ਕਿ ਸਾਰਾ ਦਿਨ ਧੰਨ ਗੁਰੂ ਨਾਨਕ ਸਾਹਿਬ ਜੀ ਘਰ ਨਹੀਂ ਸੀ ਆਉਂਦੇ, ਮਾਤਾ ਜੀ ਦੇ ਬੁਲਾਉਣ ਤੇ ਵੀ ਨਹੀਂ ਸੀ ਆਉਂਦੇ। ਥੋੜਾ ਬਹੁਤਾ ਛਕ ਛਕਾ ਕੇ ਜਲ ਪਾਣੀ ਛਕ ਕੇ ਫਿਰ ਬੱਚਿਆਂ ਨਾਲ ਖੇਡਣ ਚਲੇ ਜਾਂਦੇ ਸਨ ਸੱਚੇ ਪਾਤਸ਼ਾਹ, ਬਾਲ ਲੀਲਾ ਕਰਨ ਵਾਸਤੇ। ਸਤਿਗੁਰੂ ਜੀ ਘਰ ਆਏ, ਕੀਰਤ ਮਾਤ ਰੂਪ ਬਲ ਜਾਵੇ, ਉਸ ਦਾ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਰੂਪ ਵੇਖ ਕੇ ਮਾਤਾ ਜੀ ਬਲਹਾਰੇ ਜਾਂਦੇ ਸਨ। ਪਾਨ ਆਪਣੇ ਭੋਜਨ ਖਵਾਵੇ, ਫਿਰ ਸਤਿਗੁਰਾਂ ਨੂੰ ਆਪਣੇ ਹੱਥਾਂ ਨਾਲ ਭੋਜਨ ਖਵਾਇਆ, ਛਕਾਇਆ ਮਾਤਾ ਤ੍ਰਿਪਤਾ ਜੀ ਨੇ। ਦੋਹਰਾ ਪੈ ਪਿਆਏ ਪੁਨ ਮਾਤਲੇ, ਸੂਤੀ ਸੋਟ ਪ੍ਰਯੰਕ। ਹੁਣ ਇਹ ਕਥਾ ਬੜੇ ਧਿਆਨ ਨਾਲ ਸਰਵਣ ਕਰਿਓ, ਜਿਹੜੇ ਜਿਹੜੇ ਗੁਰਮੁਖ ਜੁੜੇ ਨੇ ਸਾਰੇ ਇਕਾਗਰ ਚਿੱਤ ਹੋ ਕੇ ਸੁਣਿਓ। ਫਿਰ ਗੁਰੂ ਸਾਹਿਬ ਜੀ ਨੂੰ ਨਾ ਮਾਤਾ ਪੈ ਪਿਆਏ ਪੁਨ ਮਾਤਲੇ, ਸੂਤੀ ਸੁੱਠ ਪ੍ਰਯੰਕ। ਫਿਰ ਭੋਜਨ ਛਕਾ ਕੇ ਮਾਤਾ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ, ਜਗਤ ਗੁਰੂ ਗੁਰੂ ਨਾਨਕ ਦੇਵ ਜੀ ਨੂੰ ਦੁੱਧ ਪਿਆ ਕੇ ਨਾ ਸੋਹਣੇ ਪਲੰਗ ਉੱਤੇ ਸੌਂ ਗਏ। ਪਲਕ ਜੁਟੀ ਸੁੰਦਰ ਬਦਨ, ਸਦਨ ਹਲਾਦ ਮਯੰਕ। ਸੁੱਤੇ ਸੁੱਤੇ ਪਿਆ ਮਾਤਾ ਜੀ ਦੀਆਂ ਅੱਖਾਂ ਜਿਹੜੀਆਂ ਸਨ ਉਹ ਜੁੜ ਗਈਆਂ, ਭਾਵ ਮੀਟੀਆਂ ਗਈਆਂ, ਤੇ ਆਨੰਦ ਦਾ ਘਰ ਚੰਦਰਮਾ ਚੜ ਪਿਆ। ਹਾਂਜੀ, ਤੋ ਪਈ ਸਵਾ ਜਾਮ ਜਬ ਰਹੀ ਤ੍ਰਿਜਾਮਾ, ਸਵਾ ਪਹਿਰ ਰਾਤ ਰਹਿ ਗਈ ਜਦੋਂ। ਹਾਂਜੀ, ਜਨਨੀ ਸੁਪਨਾ ਪਿਕ ਅਬਰਾਮਾ। ਮਾਤ ਤ੍ਰਿਪਤਾ ਜੀ ਨੇ ਇੱਕ ਸੁਪਨਾ ਵੇਖਿਆ।
ਕਿਹੜਾ ਸੁਪਨਾ ਵੇਖਿਆ? ਸੁੰਦਰ ਦੂਤ ਬਿੰਦਰਾਰਕ ਬਿੰਦਰਾ ਸੁੰਦਰ ਦੁੱਤ ਬਿਰੰਦਾਰਕ ਬਿਰੰਦਾ, ਭਾਵ ਕਿ ਸੁੰਦਰ ਸ਼ੋਭਾ ਵਾਲੇ ਬਹੁਤ ਸਾਰੇ ਮਿਲ ਕਰ ਆਏ ਕਰਤ ਆਨੰਦਾ। ਮਾਤਾ ਜੀ ਨੇ ਸੁਪਨੇ ਵਿੱਚ ਕੀ ਵੇਖਿਆ ਕਿ ਬਹੁਤ ਸੁੰਦਰ ਸ਼ੋਭਾ ਵਾਲੇ ਦੇਵਤੇ ਮਿਲ ਕੇ ਆਨੰਦ ਮੰਗਲ ਕਰ ਰਹੇ ਸਨ। ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵੇਖ ਰਹੇ ਨੇ ਮਾਤਾ ਤ੍ਰਿਪਤਾ ਜੀ ਸੁੱਤੇ ਸੁੱਤੇ ਸੁਪਨੇ ਦੇ ਵਿੱਚ। ਸੁੰਦਰ ਬਹੁਤ ਸੁੰਦਰ ਸ਼ੋਭਾ ਵਾਲੇ ਦੇਵਤੇ ਆਨੰਦ ਮੰਗਲ ਕਰ ਰਹੇ ਹਨ। ਮੰਜਲ ਕੁਸਮਾਂਜਲ ਮਲਿਆਗਰ ਉਹਨਾਂ ਦੇ ਚਿਹਰੇ ਬੜੇ ਉਜਲ ਹਨ। ਉਹਨਾਂ ਦੇ ਹੱਥਾਂ ਵਿੱਚ ਖੁਸ਼ਬੂ ਵਾਲੇ ਫੁੱਲ ਫੜੇ ਹੋਏ ਹਨ। ਹਰ ਕਪੂਰ ਬਾਰ ਗੰਧ ਉਜਾਗਰ ਚੰਦਨ ਫੜੇ, ਚੰਦਨ ਦੇ ਫੁੱਲ, ਚੰਦਨ ਫੜਿਆ ਹੋਇਆ ਸੀ, ਫੁੱਲ ਤੇ ਚੰਦਨ ਫੜਿਆ ਹੋਇਆ ਸੀ। ਹਾਂਜੀ, ਦੇਖਾ ਏਕ ਸਿੰਘਾਸਨ ਸੁੰਦਰ। ਮਾਤਾ ਤ੍ਰਿਪਤਾ ਜੀ ਨੇ ਕੀ ਵੇਖਿਆ ਕਿ ਇੱਕ ਬਹੁਤ ਸੁੰਦਰ ਸਿੰਘਾਸਨ ਹੈ। ਹਾਂਜੀ, ਉੱਚੇ ਮਾਨਕ ਗਾਚ ਰੁਚਰੰਦਰ ਜਿਸ ਉੱਤੇ ਸੁੱਚੇ ਤੇ ਸੋਹਣੇ ਮਾਣਕ ਜੜੇ ਹੋਏ ਨੇ, ਮੋਤੀ ਜੜੇ ਹੋਏ ਹਨ। ਤਾ ਪਰ ਹੀਰਾ ਨਿਜ ਸੁਤ ਬੈਸਾ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿਗੁਰੂ। ਮਾਤਾ ਤ੍ਰਿਪਤਾ ਜੀ ਨੇ ਉਸ ਸਿੰਘਾਸਨ ਉੱਤੇ ਆਪਣੇ ਪੁੱਤਰ ਨੂੰ ਬੈਠਿਆਂ ਵੇਖਿਆ, ਭਾਵ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸੁਪਨੇ ਵਿੱਚ ਇੱਕ ਸੁੰਦਰ ਸਿੰਘਾਸਨ ਦੇ ਉੱਪਰ ਬੈਠਿਆਂ ਵੇਖਿਆ। ਸ਼ੋਭਾ ਕੋਟ ਕਾਮਨ ਹੈ ਤੈਸਾ। ਕਹਿੰਦੇ ਉਹ ਇੰਨਾ ਸੁੰਦਰ ਤੇ ਸੋਭਨੀਕ ਤਖਤ ਸੀ ਕਿ ਕਰੋੜਾਂ ਕਾਮਦੇਵ ਵੀ ਉਸ ਦੇ ਤੁਲ ਨਹੀਂ ਸਨ। ਹਾਂਜੀ, ਨਿਰਜੁਰ ਜਜ ਹੈ ਅੰਜਲੀ ਜੋਰੀ। ਦੇਵਤੇ ਹੱਥ ਜੋੜ ਕੇ ਨਾ ਉਸ ਦੀ ਪੂਜਾ ਕਰ ਰਹੇ ਸਨ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੀ ਸਤਿਗੁਰ ਸਿੰਘਾਸਨ ਤੇ ਬੈਠੇ ਨੇ ਤੇ ਸਾਰੇ ਦੇਵੀ ਦੇਵਤੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨੂੰ ਪੂਜ ਰਹੇ ਨੇ। ਮਾਤਾ ਤ੍ਰਿਪਤਾ ਜੀ ਸੁਪਨੇ ਵਿੱਚ ਵੇਖ ਰਹੇ ਹਨ। ਭਣਤ ਬਨੇ ਮਨ ਪ੍ਰੀਤ ਨ ਥੋਰੀ। ਬੇਨਤੀ ਕਰ ਰਹੇ ਹਨ ਕਿ ਸਾਡੇ ਵਿੱਚ ਆਪ ਵਾਸਤੇ ਬੜੀ ਸ਼ਰਧਾ ਤੇ ਪ੍ਰੇਮ ਹੈ। ਦੋਹਰਾ ਔਸਤ ਉਕਤ ਹੈ ਅਨਕ ਬਿਦ ਜੈ ਜੈ ਬਚਨ ਉਚਾਰ। ਉਹ ਕਈ ਪ੍ਰਕਾਰ ਨਾਲ ਧੰਨ ਗੁਰੂ ਨਾਨਕ ਸਾਹਿਬ ਦੀ ਉਸਤਤ ਕਰ ਰਹੇ ਸਨ ਤੇ ਜੈ ਜੈ ਦੇ ਬਚਨ ਉਚਾਰਨ ਕਰ ਰਹੇ ਸਨ ਕਿ ਨਿਰੰਕਾਰ ਪਿਤਾ ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਤੁਹਾਡੀ ਜੈ ਹੋਵੇ, ਬਚਨ ਉਚਾਰ ਰਹੇ ਸਨ ਸਾਰੇ ਦੇਵੀ ਦੇਵਤੇ। ਪਾਵਨ ਪਰਮ ਪ੍ਰਾਤਨੰ ਪੁਰਖ ਨ ਪਰਾਵਾਰ। ਕਹਿੰਦੇ ਹੇ ਪਾਵਨ ਪਰਮ ਆਦਿ ਪੁਰਖ ਤੁਹਾਡਾ ਕੋਈ ਪਾਰਾਵਾਰ ਨਹੀਂ ਪਾ ਸਕਦਾ। ਐਸੇ ਉਸਤਤ ਭਰੇ ਬਚਨ ਕਹਿ ਰਹੇ ਸਨ। ਚੌਪਈ ਧਰ ਅਲੰਬ ਕੇ ਦੇਵਨ ਹੇਤੂ। ਧਰਤੀ ਨੂੰ ਆਸਰਾ ਦੇਵਣ ਦੇ ਲਈ ਪ੍ਰਗਟੇ ਸ੍ਰੀ ਬੇਦੀ ਕੁਲ ਕੇਤੂ। ਸੱਚੇ ਪਾਤਸ਼ਾਹ ਤੁਸੀਂ ਬੇਦੀ ਕੁਲ ਵਿੱਚ ਪ੍ਰਗਟ ਹੋਏ ਹੋ। ਭਗਤ ਜਗਤ ਮਦ ਬਿਦਤ ਕਰਨ ਕੋ। ਤੁਸੀਂ ਭਗਤੀ ਨੂੰ ਪ੍ਰਗਟ ਕਰਨ ਲਈ ਤੇ ਪਾਪੀਆਂ ਦੁਸ਼ਟਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ। ਕਸਮਲ ਦੁਸ਼ਟਨ ਦੰਭ ਦਰਨ ਕੋ। ਕਲਮਲ ਦੁਸ਼ਟਨ ਦੰਭ ਦਰਨ ਕੋ, ਦੁਸ਼ਟਾਂ ਤੇ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਅਵਤਾਰ ਧਾਰਿਆ ਹੈ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰੇ ਦੇਵੀ ਦੇਵਤੇ ਕੀਰ ਕਹਿ ਰਹੇ ਨੇ ਕਿ ਸੱਚੇ ਪਾਤਸ਼ਾਹ ਤੁਸੀਂ ਧਰਤੀ ਨੂੰ ਆਸਰਾ ਦੇਣ ਲਈ ਬੇਦੀ ਕੁਲ ਵਿੱਚ ਪ੍ਰਗਟ ਹੋਏ ਹੋ, ਜਗਤ ਵਿੱਚ ਭਗਤੀ ਨੂੰ ਪ੍ਰਗਟ ਕਰਨ ਲਈ ਅਤੇ ਪਾਪੀਆਂ ਤੇ ਦੁਸ਼ਟਾਂ ਪਖੰਡੀਆਂ ਦਾ ਨਾਸ਼ ਕਰਨ ਵਾਸਤੇ ਤੁਸੀਂ ਅਵਤਾਰ ਧਾਰਿਆ। ਮਾਤਾ ਤ੍ਰਿਪਤਾ ਜੀ ਸੁਪਨਾ ਦੇਖ ਰਹੇ ਨੇ। ਇਹ ਦੇਵਤੇ ਇਸ ਤਰ੍ਹਾਂ ਉਸਤਤ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ। ਕਲ ਮੈਂ ਪਾਵਨ ਪੰਥ ਨਰਨ ਕੋ। ਕਲਯੁਗਾਂ ਵਿੱਚ ਮਨੁੱਖਾਂ ਨੂੰ ਪਾਵਨ ਪੰਥ ਦੇਣ ਵਾਸਤੇ, ਰਦ ਸਤ ਸੰਗਤ ਜਗਤ ਤਰਨ ਕੋ। ਸਤ ਸੰਗਤ ਰਾਹੀਂ ਜਗਤ ਨੂੰ ਤਾਰਨ ਲਈ ਨਾਮ ਜਪਾਵਨ ਧਿਆਨ ਚਰਨ ਕੋ। ਨਾਮ ਜਪਾਉਣ ਤੇ ਮਨੁੱਖਾਂ ਦਾ ਧਿਆਨ ਪ੍ਰਭੂ ਦੇ ਚਰਨਾਂ ਲਈ ਜੋੜਨ ਲਈ, ਭਗਤਨ ਦੁਖ ਹਾ ਜਨਮ ਮਰਨ ਕੋ। ਅਤੇ ਭਗਤਾਂ ਦਾ ਜੰਮਣ ਮਰਨ ਦਾ ਦੁੱਖ ਨਾਸ਼ ਕਰਨ ਵਾਸਤੇ ਸੱਚੇ ਪਾਤਸ਼ਾਹ ਆਪ ਪ੍ਰਗਟ ਹੋਏ। ਦੇਨ ਆਸਰਾ ਏਕ ਸ਼ਰਨ ਕੋ। ਸ਼ਰਨ ਆਏ ਨੂੰ ਆਸਰਾ ਦੇਣ ਵਾਸਤੇ। ਹਾਂਜੀ, ਕੁਮਤ ਕੁਚਾਲ ਕੋ ਕਰਮ ਕਰ ਹਰਨ ਕੋ। ਭੈੜੀ ਮਤ ਭੈੜੀ ਚਾਲ ਵਾਲੇ ਕੁਕਰਮਾਂ ਦਾ ਨਾਸ਼ ਕਰਨ ਵਾਸਤੇ। ਹਾਂਜੀ, ਪੀਰ ਮੀਰ ਸਿਧ ਦਰਪ ਸ਼ਰਨ ਕੋ। ਮੀਰ ਸਿੱਧ ਅਹੰਕਾਰ ਨੂੰ ਦੂਰ ਕਰਨ ਵਾਸਤੇ ਵਾਹਿਗੁਰੂ ਦੇ ਜਾਪ ਰਰਨ ਕੋ। ਅਤੇ ਵਾਹਿਗੁਰੂ ਦਾ ਨਾਮ ਜਪਾਉਣ ਲਈ ਧਰਤੀ ਤੇ ਆਏ ਹੋਏ ਦੇਵਤੇ ਸਿਫਤ ਕਰ ਰਹੇ ਨੇ, ਉਸਤਤ ਕਰ ਰਹੇ ਨੇ ਸੱਚੇ ਪਾਤਸ਼ਾਹ ਜੀ ਦੀ। ਸਤਿਗੁਰੂ ਵੱਡੇ ਸਿੰਘਾਸਨ ਤੇ ਬੈਠੇ ਨੇ। ਦੇਵੀ ਦੇਵਤੇ ਆ ਬੇਨਤੀਆਂ ਕਰ ਰਹੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ। ਹਾਂਜੀ, ਦੋਹਰਾ ਇਹ ਬਿਦ ਬਿਬੁੱਧ ਸੋ ਬਦਨ ਬਦ।
ਪਦ ਅਰਬਿੰਦ ਮਨਾਏ। ਇਸ ਢੰਗ ਨਾਲ ਦੇਵਤਿਆਂ ਨੇ ਆਪਣੇ ਮੁਖੋਂ ਕਹਿ ਕਹਿ ਕੇ ਗੁਰੂ ਜੀ ਦੇ ਚਰਨ ਕਮਲਾਂ ਦੀ ਪੂਜਾ ਕੀਤੀ। ਗਏ ਆਪਣੇ ਲੋਕ ਕੋ ਜਹ ਜਹ ਤੇ ਜੋ ਆਏ। ਮਾਤਾ ਜੀ ਕੀ ਵੇਖ ਰਹੇ ਨੇ, ਉਸਤਤ ਕਰਕੇ ਫਿਰ ਜਿਹੜੇ ਜਿਹੜੇ ਪਾਸਿਓਂ ਆਏ ਸੀ ਉਹ ਆਪਣੇ ਆਪਣੇ ਦੇਸ਼ ਨੂੰ ਚਲੇ ਗਏ, ਆਪਣੇ ਆਪਣੇ ਭਵਨਾਂ ਨੂੰ ਚਲੇ ਗਏ ਦੇਵਤੇ। ਹਾਂਜੀ। ਚੌਪਈ ਅਚਰਜ ਭਈ ਹੇਰ ਕਰ ਮਾਤਾ। ਮਾਤਾ ਜੀ ਵੇਖ ਕੇ ਬਹੁਤ ਹੈਰਾਨ ਹੋਏ। ਹਾਂਜੀ। ਜਾਨੀ ਪਰੇ ਨਾ ਗਤ ਨਿਜ ਤਾਤਾ। ਆਪਣੇ ਪੁੱਤਰ ਦੀ ਇਹ ਹਾਲਤ ਉਸ ਨੂੰ ਸਮਝ ਤੋਂ ਪਰੇ ਹੈ। ਭਇਓ ਹਿਰਦੈ ਮੈਂ ਸੰਭਰਮ ਜਾਗੀ। ਉਸ ਦੇ ਮਾਤਾ ਜੀ ਦੇ ਹਿਰਦੇ ਅੰਦਰ ਸੰਸਾ ਜਾਗ ਪਿਆ। ਹਾਂਜੀ। ਅਵੈਵ ਸਭ ਦੇਖਣ ਲਾਗੀ। ਫਿਰ ਮਾਤਾ ਤ੍ਰਿਪਤਾ ਜੀ ਨਾ ਜਦੋਂ ਜਾਗ ਉਖੜੀ, ਸੁਪਨੇ ਤੋਂ ਉਥਾਨ ਹੋਏ, ਆਪਣੇ ਪੁੱਤਰ ਦੇ ਅੰਗਾਂ ਨੂੰ ਵੇਖਣ ਲੱਗ ਪਏ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਦੇ ਚੰਦਨ ਸੋ ਚਰਚਤ ਹੈ ਸਾਰੇ। ਕੀ ਵੇਖਿਆ ਕਿ ਮਾਤਾ ਜੀ ਨੇ ਵੇਖਿਆ ਕਿ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਰੇ ਪਾਵਨ ਤਨ ਦੇ ਸਰੀਰ ਦੇ ਉੱਪਰ ਚੰਦਨ ਛਿੜਕਿਆ ਹੋਇਆ ਹੈ। ਬਹੁਤ ਸੁਗੰਧ ਸੋ ਜਜੇ ਨਿਹਾਰੇ। ਬਹੁਤ ਖੁਸ਼ਬੂਦਾਰ ਪਦਾਰਥਾਂ ਨਾਲ ਪੂਜੇ ਹੋਏ ਚਰਨ ਵੇਖੇ ਮਾਤਾ ਜੀ ਨੇ, ਮਾਤਾ ਤ੍ਰਿਪਤਾ ਜੀ ਨੇ। ਸੰਗ ਭ੍ਰਮ ਮਨ ਨਹਿ ਬਿਥਿਰਤਾ ਹੋਈ। ਮਨ ਵਿੱਚ ਸੰਸਾ ਹੋਰ ਵੱਧ ਗਈ ਤੇ ਚੈਨ ਨਹੀਂ ਸੀ ਆ ਰਿਹਾ। ਚਲੋ ਸਾਚ ਕੈ ਸੁਪਨਾ ਸੋਈ। ਤੇ ਮਾਤਾ ਜੀ ਸੋਚ ਰਹੇ ਨੇ ਕਿ ਸੁਪਨਾ ਹੈ ਕਿ ਜਾਂ ਸੱਚ ਹੈ, ਕੀ ਹੈ ਇਹ ਮੈਂ ਸੁਪਨਾ ਵੇਖ ਰਹੀ ਸੀ ਕਿ ਸੱਚ ਸੀ, ਸੱਚੀ ਏਦਾਂ ਹੋਇਆ ਹੈ। ਹਾਂਜੀ। ਹਿਰਦੈ ਵਿਚਾਰਤ ਆਰਤ ਮਾਤਾ। ਫਿਰ ਹਿਰਦੇ ਵਿੱਚ ਵਿਚਾਰ ਕੇ ਮਾਤਾ ਜੀ ਘਬਰਾ ਗਏ। ਨਿਰਣੈ ਹੋਏ ਨਾ ਇੱਕੈ ਬਾਤਾ। ਇੱਕ ਗੱਲ ਦਾ ਨਿਰਣਾ ਨਹੀਂ ਸੀ ਹੋ ਰਿਹਾ। ਸਤ ਕੀ ਮਹਿਮਾ ਮਨ ਮਹਿਮਾਨੀ। ਪਰ ਆਪਣੇ ਮਨ ਦੇ ਵਿੱਚ ਨਾ ਆਪਣੇ ਪੁੱਤਰ ਦੀ ਮਹਿਮਾ ਮੰਨ ਲਈ ਮਾਤਾ ਜੀ ਨੇ। ਕੀ ਮੰਨਿਆ? ਇਹ ਅਵਤਾਰ ਸਤ ਚਿਤ ਜਾਨੀ। ਮਾਤਾ ਜੀ ਨੇ ਜਾਣ ਲਿਆ ਕਿ ਸਤ ਚਿਤ ਅਵਤਾਰ ਹੈ। ਦੋਹਰਾ ਜਿਸਕੇ ਪਦ ਅਰਬਿੰਦ ਕੋ ਦਿੰਬ ਰੂਪ ਬਹੁ ਆਏ। ਜਿਸ ਦੇ ਚਰਨ ਕਮਲਾਂ ਨੂੰ ਪੂਜਣ ਲਈ ਬਹੁਤ ਦੇਵਤੇ ਆਏ। ਕਰੀ ਆਪ ਚਿਤ ਪ੍ਰੀਤ ਸੋ ਬਾਰ ਬਾਰ ਸਿਰ ਬਾਰ-ਬਾਰ ਚਰਨਾਂ ਤੇ ਸੀਸ ਨਵਾਇਆ ਉਹਨਾਂ ਨੇ। ਚੌਪਈ ਹੋਂ ਹੇਰੇ ਸੁਪਨੇ ਕੀ ਨਿਆਈ। ਮੈਂ ਸਾਰੇ ਸੁਪਨੇ ਵਾਂਗੂ ਵੇਖੇ ਹਨ। ਹਾਂਜੀ। ਤਬਲੋ ਚਰਚ ਬਿਦਤ ਵਿਦਸਾਈ। ਜੋ ਮੈਂ ਸੁਪਨੇ ਵਿੱਚ ਵੇਖਿਆ ਸੀ ਮੈਨੂੰ ਸਭ ਕੁਝ ਪ੍ਰਤੱਖ ਦਿਸ ਰਿਹਾ ਹੁਣ। ਚਿਤ ਵਿਚਾਰ ਕਰਤੇ ਹੋ ਪ੍ਰਭਾਤੂ। ਚਿੱਤ ਵਿੱਚ ਇਹੋ ਵਿਚਾਰ ਕਰਦਿਆਂ ਸਵੇਰ ਹੋ ਗਈ। ਚੜਿਆ ਸੋ ਮਾਰ ਤਾਂਡ ਬਖਿਆਤੂ। ਮਾਰਤੰਡ ਸੂਰਜ ਦੇਵਤਾ ਪ੍ਰਗਟ ਹੋ ਗਿਆ। ਜਾਨੀ ਨਾਨਕ ਜੀ ਮਨ ਮਾਤਾ। ਮਾਤਾ ਜੀ ਦੀ ਨਾ ਮਨ ਦੀ ਅਵਸਥਾ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸਮਝ ਲਈ। ਕੀ ਕੀਤਾ ਫਿਰ? ਤਾਨਦਈ ਤਬ ਹੋ ਕਨਾਤਾ। ਮਾਤਾ ਜੀ ਨੇ ਤਾਨਦਈ ਤਬ ਮੋਹ ਕਨਾਤਾ। ਜਾਨੀ ਨਾਨਕ ਜੀ ਮਨ ਮਾਤਾ, ਤਾਨਦਈ ਤਬ ਮੋਹ ਕਨਾਤਾ। ਫਿਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਨਾ ਮਾਤਾ ਜੀ ਦਾ ਧਿਆਨ ਇੱਧਰ ਕਰਨ ਦੇ ਲਈ ਮੋਹ ਦੀ ਕਨਾਤ ਤਾਣ ਦਿੱਤੀ, ਭਾਵ ਮੋਹ ਮਮਤਾ ਵਿੱਚ ਪਾ ਦਿੱਤਾ। ਜਾਗੇ ਪੁਨ ਕਰਕੇ ਮੁਖ ਰੁਖਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨਾ ਰੁੱਖਾ ਜਿਹਾ ਮੂੰਹ ਬਣਾ ਕੇ ਜਾਗੇ। ਮੋਹ ਦੀ ਕਨਾਤ ਜੀ ਪਾਉਣੀ ਸੀ ਮਾਂ ਤੇ। ਕਹਿ ਮਾਤ ਦੇ ਭੋਜਨ ਭੁੱਖਾ। ਕਹਿਣ ਲੱਗੇ ਮਾਤਾ ਜੀ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ, ਬੜੀ ਭੁੱਖ ਲੱਗੀ ਹੈ, ਭੋਜਨ ਲਿਆਓ, ਭੁੱਖ ਲੱਗੀ ਹੈ। ਇਸ ਤਰ੍ਹਾਂ ਰੁੱਖਾ ਜਿਹਾ ਮੁਖਾਰਬਿੰਦ ਕਰਕੇ ਨਾ, ਕਿਉਂਕਿ ਮਾਤਾ ਨੇ ਜਾਣ ਲਿਆ ਸੀ ਸਤ ਚਿਤ ਆਨੰਦ ਹੈ, ਪਰ ਮਾਂ ਨੂੰ ਤਾਂ ਨਹੀਂ ਨਾ ਪ੍ਰਗਟ ਕਰਨਾ ਚਾਹੁੰਦੇ। ਮਾਂ ਤੇ ਮੋਹ ਦੀ ਕਨਾਤ ਪਾ ਦਿੱਤੀ। ਰੁੱਖਾ ਜਿਹਾ ਮੁਖ ਕਰਕੇ ਸਤਿਗੁਰੂ ਜੀ ਜਾਗੇ। ਕਹੇ ਜਾਗੇ ਪੁਨ ਕਰਕੇ ਮੁਖ ਰੁੱਖਾ, ਕਹੇ ਮਾਤ ਦੇ ਭੋਜਨ ਭੁੱਖਾ। ਮਾਤਾ ਜੀ ਮੈਨੂੰ ਬਹੁਤ ਭੁੱਖ ਲੱਗੀ ਹੈ। ਇਸ ਕੀ ਭੂਲੀ ਸਕਲ ਵਿਚਾਰਾ। ਜਦੋਂ ਮਾਤਾ ਜੀ ਨੂੰ ਇਹ ਬਚਨ ਸੁਣੇ ਨਾ ਕਿ ਮੇਰੇ ਲਾਲ ਨੂੰ ਭੁੱਖ ਲੱਗੀ ਹੈ, ਰਾਤ ਵਾਲੀ ਸਾਰੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਰੀ ਭੁੱਲੀ ਹੋਈ ਸ਼ਕਲ ਬਾਰੇ ਸੋਚਿਆ। ਅਖੀਰ ਦੇ ਸੁਤ ਮੈਂ ਭੁਖਿਆਰਾ। ਆਖਿਆ ਹਾਏ ਮੈਂ ਮਰ ਗਈ, ਮੇਰਾ ਤਾਂ ਪੁੱਤਰ ਬੜਾ ਭੁੱਖਾ ਹੈ। ਮੋਹ ਦੀ ਕਨਾਤ ਚ ਪਾ ਦਿੱਤੀ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਮਾਂ ਸਦਕੇ ਮੇਰਾ ਪੁੱਤਰ ਬੜਾ ਭੁੱਖਾ ਹੈ। ਗਦ ਸੋ ਅਸਨ ਦੀਨ ਹਿਤ ਖਾਨੇ। ਫਿਰ ਖਾਣ ਵਾਸਤੇ ਦਹੀਂ ਦੇ ਨਾਲ ਭੋਜਨ ਦਿੱਤਾ। ਜੋ ਅੱਗੇ ਜਾਣੈ ਤਿਉ ਜਾਣੇ। ਜਿਵੇਂ ਮਾਤਾ ਜੀ ਅੱਗੇ ਆਪਣੇ ਪੁੱਤਰ ਨੂੰ ਜਾਣਦੇ ਸਨ ਉਸੇ ਤਰ੍ਹਾਂ ਜਾਣਨ ਲੱਗ ਪਏ। ਦੋਹਰਾ ਅਸਨ ਸਦਨ ਤੇ ਅਚਵਕੈ ਮਿਲੇ ਬਾਲ ਜਿਹਬਾ ਜਾਲ। ਜੇ ਬਾਲ ਆਪਣੇ ਘਰੋਂ ਰੋਟੀ ਖਾਣੀ ਪਾਣੀ ਖਾ ਕੇ ਆਪਣੇ ਬਹੁਤ ਸਾਰੇ ਸਾਥੀਆਂ ਨੂੰ ਮਿਲਣ ਜਾਂਦਾ ਹੈ। ਪਦ ਨੂੰ ਉੱਪਰ ਕਟ ਕਿੰਕਨੀ ਹੋਤ
ਸ਼ਬਦ ਵਿਸਾਲ। ਨਾ ਸਤਿਗੁਰਾਂ ਦੇ ਚਰਨਾਂ ਵਿੱਚ ਝਾਂਜਰਾਂ ਤੇ ਕੜੂ ਘੁੰਗਰੂਆਂ ਵਾਲੀ ਤੜਾਗੀ ਬੜੀ ਸੁੰਦਰ ਨਾਦ ਪੈਦਾ ਕਰਦੇ ਹਨ। ਚਉਪਈ ਵਿਚਰੇ ਖੇਲਣ ਮੈਂ ਅਨਰਾਗੇ। ਖੇਡਣ ਵਿੱਚ ਬੜੀ ਰੁਚੀ ਰੱਖਦੇ ਹਨ ਸੱਚੇ ਪਾਤਸ਼ਾਹ, ਬਾਲ ਲੀਲਾ ਕਰਦੇ ਹਨ। ਭਾਗੇ ਭਾਲਹਿ ਬਾਲ ਸੁਭਾਗੇ। ਤੇ ਬੜੇ ਪ੍ਰਸੰਨ ਹੁੰਦੇ ਹਨ ਜਦੋਂ ਦੌੜਦੇ ਨੇ, ਦੂਸਰੇ ਭਾਗਾਂ ਵਾਲੇ ਬਾਲ ਵੀ ਦੌੜਦੇ ਹਨ। ਫਿਰ ਹੋਵਤ ਥਿਤ ਹੋਵੇ ਸਾਰੇ। ਜਦੋਂ ਸਤਿਗੁਰੂ ਜੀ ਖਲੋ ਜਾਂਦੇ ਹਨ ਤੇ ਬਾਕੀ ਬਾਲਕ ਵੀ ਖਲੋ ਜਾਂਦੇ ਹਨ। ਵੈਸੇ ਬੈਸ ਜਾਏ ਇੱਕ ਬਾਰੇ। ਬਾਲ ਲੀਲਾ ਕਰ ਰਹੇ ਨੇ ਸੱਚੇ ਪਾਤਸ਼ਾਹ, ਜਦੋਂ ਬੈਠ ਜਾਂਦੇ ਨੇ ਤੇ ਸਾਰੇ ਬੱਚੇ ਵੀ ਬੈਠ ਜਾਂਦੇ ਹਨ। ਨਾਨਕ ਆਨਨ ਭਨਹਿ ਕਹਾਣੀ। ਗੁਰੂ ਨਾਨਕ ਜੀ ਦੇ ਮੁਖੋਂ ਉਹ ਕਹਾਣੀ ਸੁਣਦੇ ਹਨ। ਭਗਤ ਬੈਰਾਗ ਵਿਖੇ ਜੋ ਸਾਨੀ। ਭਗਤੀ ਤੇ ਵੈਰਾਗ ਵਿੱਚ ਜਿਨ੍ਹਾਂ ਦਾ ਕੋਈ ਸਾਨੀ ਨਹੀਂ ਹੈ। ਸ਼੍ਰਵਣ ਮਨਨ ਕਰੇ ਨਿਦਿਆਸਾ। ਸੁਣਨ ਤੇ ਵਿਚਾਰਨ ਨੂੰ ਨਿਤ ਧਾਰਨ ਕਰਦੇ ਹਨ ਉਹ ਬੱਚੇ। ਮਨ ਸੁਣਨੇ ਕੀ ਵਧੇ ਪਿਆਸਾ। ਜਿਉਂ-ਜਿਉਂ ਸੁਣਦੇ ਨੇ ਦੁਬਾਰਾ ਸੁਣਨ ਦੀ ਆਸ ਵੱਧਦੀ ਹੈ, ਪਿਆਸ ਵੱਧਦੀ ਜਾਂਦੀ ਹੈ। ਗਿਰਾ ਸੁਗੰਧ ਬਦਨ ਅਰਬਿੰਦਾ। ਉਹਨਾਂ ਦੀ ਬਾਣੀ ਬੜੀ ਮਿੱਠੀ ਤੇ ਸੁਗੰਧਿਤ ਹੈ। ਜੁਗਤ ਸੁੰਦਰ ਮਕਰੰਦਾ। ਸਰੀਰ ਕਮਲ ਦੇ ਫੁੱਲ ਵਰਗਾ ਸੱਚੇ ਪਾਤਸ਼ਾਹ ਜੀ ਦਾ। ਬਾਲ ਬ੍ਰਿੰਦ ਸੰ ਭਏ ਮਲੰਦਾ। ਜੁਗਤੀਆਂ ਸਹਿਤ ਸੋਹਣਾ ਹੈ ਤੇ ਸਾਰੇ ਬਾਲ ਭੌਰਿਆਂ ਵਾਂਗ ਦੁਆਲੇ ਘੁੰਮਦੇ ਹਨ। ਸ਼੍ਰਵਣ ਪਕ ਰਹੇ ਅਗਾਤ ਆਨੰਦਾ। ਕੰਨਾਂ ਨਾਲ ਲਾਈ ਰਸ ਪੀਂਦੇ ਹਨ, ਬਹੁਤ ਆਨੰਦ ਪ੍ਰਾਪਤ ਕਰਦੇ ਹਨ। ਦੋਹਰਾ ਆਵਤ ਜਾਵਤ ਮਨ ਜੋ ਕੋ ਸੁਨਤ ਠਾੜ ਹੋਏ ਜਾਏ। ਆਉਂਦਾ ਜਾਂਦਾ ਮਨੁੱਖ ਵੀ ਜਦ ਗੁਰੂ ਜੀ ਦੀ ਮਧੁਰ ਆਵਾਜ਼ ਸੁਣਦਾ ਤਾਂ ਮਸਤ ਹੋ ਕੇ ਖੜਾ ਹੋ ਜਾਂਦਾ ਹੈ। ਹਾਂਜੀ, ਪੰਡਤ ਸੇ ਮਦਰੇ ਲਗੇ ਕੀਰਤ ਬਦਨ ਅਲਾਏ। ਉਹਨਾਂ ਦੇ ਬੋਲ ਪੰਡਤਾਂ ਵਰਗੇ ਮਿੱਠੇ ਨੇ, ਵਿਦਵਾਨਾਂ ਵਰਗੇ ਲੱਗਦੇ ਨੇ। ਕੀਰਤੀ ਸਰੀਰ ਵਿੱਚ ਹੁਲਾਸ ਪੈਦਾ ਕਰਦੀ ਹੈ। ਚਉਪਈ ਇਹ ਬਾਲ ਕੈਸੇ ਬਚ ਬੋਲੇ। ਸਾਰੇ ਕਹਿੰਦੇ ਬਾਲਕ ਕਿੰਨੇ ਮਿੱਠੇ ਬਚਨ ਬੋਲਦਾ ਹੈ। ਬਾਲ ਬੈਸ ਹੈ ਬੋਲ ਅਮੁੱਲ ਹੈ। ਮਿੱਠੇ ਬੋਲ ਹੀ ਨਹੀਂ, ਬੜੇ ਅਮੁੱਲ ਬਚਨ ਬੋਲਦਾ ਹੈ। ਹਾਂਜੀ, ਚੰਦ ਬਦਨ ਤੇ ਸੁਦਾ ਸਮਾਨੀ। ਚੰਦ ਰੂਪੀ ਮੁਖੜੇ ਤੋਂ ਅੰਮ੍ਰਿਤ ਵਰਸਦਾ ਹੈ। ਸੁਤਦਰ ਪਾਨਦ ਬੋਲਤ ਬਾਨੀ। ਇਸ ਦੀ ਬੋਲੀ ਹੋਈ ਬਾਣੀ ਬਾਲਕ ਕੰਨਾਂ ਰਾਹੀਂ ਪੀਂਦੇ ਨੇ। ਹਾਂਜੀ, ਚਉਪਈ ਲਗੀ ਵਿਸ਼ਨ ਕੀ ਪ੍ਰੀਤ ਕਰੀ। ਬਾਲਕਾਂ ਦੀ ਉਹਨਾਂ ਨਾਲ ਬਹੁਤ ਪ੍ਰੀਤੀ ਹੈ। ਸੰਗ ਨਾ ਤਜੇ ਰਹਿ ਮੁਖ ਹੈ। ਕਦੀ ਉਹ ਸਤਿਗੁਰੂ ਜੀ ਦਾ ਸੰਗ ਨਹੀਂ ਛੱਡਦੇ, ਉਹਨਾਂ ਦੇ ਸੁੰਦਰ ਮੁਖੜੇ ਵੱਲ ਵੇਖਦੇ ਰਹਿੰਦੇ ਹਨ। ਸਦਨ ਆਏ ਜਬ ਦੀਨਾ ਨਾਥੂ। ਗਰੀਬਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ, ਗਰੀਬਾਂ ਦੇ ਮਾਲਕ ਦੀਨਾਨਾਥੂ ਦੇ ਗਰੀਬਾਂ ਦੇ ਮਾਲਕ। ਦੀਨਾਨਾਥ, ਦੀਨਾਂ ਤੇ ਦਇਆ ਕਰਨ ਵਾਲੇ ਗਰੀਬਾਂ ਦੇ ਮਾਲਕ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਘਰ ਆਉਂਦੇ ਹਨ, ਸਿਸ ਨੇ ਤਜੇ ਰਹਿ ਤਸਾਥੂ। ਬਾਲਕ ਨਹੀਂ ਸਾਥ ਛੱਡਦੇ, ਉਹਨਾਂ ਦੇ ਨਾਲ ਹੀ ਘਰ ਆ ਜਾਂਦੇ ਹਨ। ਬਾਹਰ ਚਲਤੇ ਹੋ ਸੰਗ ਸੁਧਾਰ। ਜਦੋਂ ਬਾਹਰ ਚੱਲਦੇ ਨੇ ਤੇ ਬਾਲਕ ਵੀ ਨਾਲ ਚਲੇ ਜਾਂਦੇ ਨੇ। ਹਾਂਜੀ, ਇਸ ਬਿਦ ਨਿਤ ਪ੍ਰਦ ਸੁਖਦ। ਇਸ ਤਰ੍ਹਾਂ ਸੁੱਖ ਨਾਲ ਵਿਚਰਦੇ ਹਨ ਸੱਚੇ ਪਾਤਸ਼ਾਹ। ਸ਼ਵਾਸ਼ ਬਾਸ਼ਿਸ਼ ਮੋਚਤ ਬਾਲਾ। ਪਵਿੱਤਰ ਮਨ ਵਾਲੇ ਮੁਕਤੀ ਲਾਇਕ ਬਾਲਕੇ ਹਨ। ਕਰੇ ਕਿਤੇ ਜੋ ਦੀਨ ਦਿਆਲਾ। ਉਹ ਕੁਝ ਕਰਦੇ ਹਨ ਜੋ ਦੀਨ ਦਿਆਲ ਗੁਰੂ ਜੀ ਕਹਿੰਦੇ ਨੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ, ਦੋਹਰਾ ਲੀਲਾ ਬਾਲਕ ਖੇਲ ਕੀ ਸਲੰਕਾਰ ਸਬਲਾਸ। ਭਾਈ ਸੰਤੋਖ ਸਿੰਘ ਜੀ ਕਹਿੰਦੇ ਬਾਲਕ ਖੇਲ ਲੀਲਾ ਅਲੰਕਾਰਾਂ ਸਹਿਤ ਆਖੀ ਹੈ। ਕਿੰਨੇ ਅਲੰਕਾਰ ਵਿੱਚ ਦਿੱਤੇ ਨੇ, ਕਿਤੇ ਚੰਦਰਮਾ ਦਾ ਅਲੰਕਾਰ ਦਿੱਤਾ ਹੈ, ਕਿਤੇ ਕਮਲ ਦਾ ਅਲੰਕਾਰ ਦਿੱਤਾ ਹੈ। ਭਾਈ ਸੰਤੋਖ ਸਿੰਘ ਜੀ ਕਹਿੰਦੇ ਭਾਈ ਇਹ ਲੀਲਾ ਜਿਹੜੀ ਹੈ ਨਾ ਗੁਰੂ ਨਾਨਕ ਸਾਹਿਬ ਜੀ ਦੀ ਬਾਲ ਲੀਲਾ ਅਲੰਕਾਰਾਂ ਸਹਿਤ ਆਖੀ ਹੈ। ਹਾਂਜੀ, ਜੋ ਸਿੱਖ ਧਰੀ ਧਿਆਨ ਕੋ ਦੇ ਸਤਿਗੁਰ ਸੁਖ ਰਾਸ। ਜੋ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਲ ਲੀਲਾ ਦਾ ਧਿਆਨ ਧਰੇਗਾ ਨਾ, ਸਤਿਗੁਰੂ ਜੀ ਉਸ ਨੂੰ ਸਾਰੇ ਸੁੱਖ ਦੇ ਦੇਣਗੇ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਸਾਹਿਬ ਕਿਰਪਾ ਕਰਨ, ਸਮਾਂ ਆਗਿਆ ਨਹੀਂ ਦਿੰਦਾ, ਬੇਅੰਤ ਭੁੱਲਾਂ ਹੋਈਆਂ ਗੁਰੂ ਨਾਨਕ ਸਾਹਿਬ ਜੀ ਦੇ ਦਰ ਦਾਦਨਾ ਜਾਂ ਸੇਵਕ ਜਾਣ ਕੇ ਬਖਸ਼ ਲੈਣੀਆਂ ਜੀ। ਅਗਲੇ ਪ੍ਰਸੰਗ ਅੰਦਰ ਜਿਵੇਂ ਜਿਵੇਂ ਮੇਰੇ ਮਾਲਕ ਦਇਆ ਦ੍ਰਿਸ਼ਟੀ ਕਰਨਗੇ, ਆਪ ਦੀ ਅਮਰ ਕਥਾ ਆਪ ਸਰਵਣ ਕਰਨਗੇ। ਗੋਪਾਲ ਤੇ ਪਾਂਧੇ ਦੇ ਪ੍ਰਤੀ ਉਪਦੇਸ਼ ਅਗਲੇ ਪ੍ਰਸੰਗ ਅੰਦਰ ਆਪਾਂ ਸਰਵਣ ਕਰਾਂਗੇ। ਸਾਹਿਬ ਕਿਰਪਾ ਕਰਨ, ਸਰਵਣ ਕਰੋ ਅਖੀਰਲੀਆਂ ਪੰਕਤੀਆਂ। ਲੀਲਾ ਬਾਲਕ ਖੇਲ ਕੀ ਸਲੰਕਾਰ ਸਬਲਾਸ। ਜੋ ਸਿੱਖ ਤਰਹਿ ਧਿਆਨ ਕੋ ਦੇ ਸਤਿਗੁਰ ਸੁਖ ਰਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।